ਕੋਦਰਾ ਜਿਹੜਾ ਕਿ ਸਾਡੀ ਜ਼ਿੰਦਗੀ ਦਾ ਕਦੀ ਹਿੱਸਾ ਸੀ, ਪਰ ਅਸੀਂ ਇਹਨੂੰ ਬਿਲਕੁਲ ਹੀ ਭੁੱਲ ਚੁੱਕੇ ਸੀ। ਪਰ ਅੱਜ ਫਿਰ ਇਹ ਆਪਣੀ ਜਗ੍ਹਾ ਸਾਡੀ ਜ਼ਿੰਦਗੀ 'ਚ ਬਣਾ ਚੁੱਕਿਆ ਹੈ। ਆਓ ਜਾਣਦੇ ਹਾਂ ਕੋਦਰੇ ਬਾਰੇ ਸੰਪੂਰਨ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਡਾਕਟਰ ਗਗਨਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਆਯੁਰਵੈਦਿਕ ਰਸੋਈ। ਅੱਜ ਅਸੀਂ ਜਾਣਾਂਗੇ ਕੋਦੋ ਮਿਲਟਸ ਬਾਰੇ। ਕੋਦੋ ਮਿਲਟ ਯਾਨੀ ਕਿ ਕੋਦਰੇ ਦੀ ਅਸੀਂ ਖਿਚੜੀ ਬਣਾਵਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਕੋਦਰਾ ਹੁੰਦਾ ਕਿਸ ਤਰ੍ਹਾਂ ਦਾ ਹੈ। ਕੋਦਰੇ ਦੀ ਜਿਹੜੀ ਗਿਣਤੀ ਹੈ ਉਹ ਅਨਾਜ ਵਿੱਚ ਨਹੀਂ ਕੀਤੀ ਜਾਂਦੀ। ਕੋਦਰਾ ਨੂੰ ਸੰਸਕ੍ਰਿਤ ਦੇ ਵਿੱਚ ਤ੍ਰਿਨ ਧਾਨਿਆ ਦੇ ਵਿੱਚ ਇਹਨੂੰ ਕਾਊਂਟ ਕੀਤਾ ਗਿਆ ਹੈ। ਤ੍ਰਿਨ ਧਾਨਿਆ ਦਾ ਮਤਲਬ ਹੈ ਕਿ ਘਾਸ ਤੋਂ ਪੈਦਾ ਹੋਣ ਵਾਲਾ ਇੱਕ ਤਰ੍ਹਾਂ ਦਾ ਚਾਵਲ। ਇਹ ਗਲੂਟਨ ਫ੍ਰੀ ਹੈ, ਪਚਨ ਵਿੱਚ ਬਿਲਕੁਲ ਹੀ ਹਲਕਾ ਹੈ, ਸਰੀਰ ਦੇ ਵਿੱਚ ਵਧੇ ਹੋਏ ਕਫ ਦੋਸ਼ ਤੇ ਪਿੱਤ ਦੋਸ਼ ਨੂੰ ਇਹ ਬੈਲੈਂਸ ਕਰਦਾ ਹੈ। ਤਾਸੀਰ ਵਿੱਚ ਬਿਲਕੁਲ ਠੰਡਾ ਹੁੰਦਾ ਹੈ ਤੇ ਰਸ ਵਿੱਚ ਇਹ ਮਧੁਰ ਹੈ, ਯਾਨੀ ਕਿ ਸਵੀਟ ਟੇਸਟ ਦਾ ਇਹ ਹੁੰਦਾ ਹੈ। ਕਿਉਂਕਿ ਇਹ ਨੇਚਰ ਦੇ ਵਿੱਚ ਰੁੱਖੀ ਤਾਸੀਰ ਦਾ ਹੈ, ਇਹ ਬਿਲਕੁਲ ਰੁੱਖਾ ਹੈ, ਪਚਨ ਵਿੱਚ ਹਲਕਾ ਹੈ। ਇਸ ਕਰਕੇ ਜੇ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਕੋਦਰਾ ਲੈਂਦੇ ਹਾਂ ਤਾਂ ਵਾਤ ਦੀ ਵ੍ਰਿੱਧੀ ਹੁੰਦੀ ਹੈ। ਤੁਸੀਂ ਇਹਨੂੰ ਨੇੜੇ ਤੋਂ ਦੇਖੋ, ਇਹ ਕਿਸ ਤਰ੍ਹਾਂ ਦਾ ਹੈ। ਬਰੀਕ ਜੇ ਦਾਣੇ ਨੇ ਇਹਦੇ। ਜਿੰਨੇ ਵੀ ਕ੍ਰੋਨਿਕ ਤੇ ਲਾਈਫ ਸਟਾਈਲ ਡਿਸਆਰਡਰਸ ਨੇ, ਜਿਵੇਂ ਕਿ ਹਾਈਪੋਥਾਇਰਾਇਡਿਜ਼ਮ, ਡਾਇਬੀਟੀਜ਼, ਕੋਲੇਸਟ੍ਰੋਲ ਦਾ ਵਧਿਆ ਹੋਣਾ, ਬੀਪੀ ਦਾ ਵਧਣਾ ਜਾਂ ਫਿਰ ਮੋਟਾਪਾ ਹੋਣਾ, ਇਹਨਾਂ ਸਾਰੇ ਹੀ ਰੋਗਾਂ ਦੇ ਲਈ ਮਿਲਟਸ ਬਹੁਤ ਹੀ ਵਧੀਆ ਰੋਲ ਅਦਾ ਕਰਦੇ ਹਨ। ਆਓ ਹੁਣ ਅਸੀਂ ਇਹਦੀ ਖਿਚੜੀ ਬਣਾਉਣ ਦਾ ਪ੍ਰੋਸੈਸ ਜਿਹੜਾ ਹੈ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇੱਕ ਬੋਲ ਲੈ ਲਵਾਂਗੇ ਤੇ ਅਸੀਂ ਇੱਕ ਪਾਈਆ ਕੋਦਰਾ ਲੈ ਰਹੇ ਹਾਂ 250 ਗ੍ਰਾਮ, ਤੇ ਨਾਲ ਹੀ 250 ਗ੍ਰਾਮ ਦੇ ਲਗਭਗ ਹੀ ਅਸੀਂ ਦਾਲ ਲੈ ਲਈ ਹੈ। ਇਹ ਜਿਹੜੀ ਦਾਲ ਹੈ ਛਿਲਕੇ ਵਾਲੀ ਮੂੰਗ ਦਾਲ ਹੈ, ਇਹ ਦਲੀ ਹੋਈ ਹੈ। ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਦਾਲ ਲੈ ਸਕਦੇ ਹੋ, ਬਸ ਭਾਰੀਆਂ ਦਾਲਾਂ ਦਾ ਇਸਤੇਮਾਲ ਨਹੀਂ ਕਰਨਾ, ਜਿਵੇਂ ਕਿ ਛੋਲਿਆਂ ਦੀ ਦਾਲ, ਮਾਂ ਦੀ ਦਾਲ ਜਾਂ ਫਿਰ ਰਾਜਮਾ ਵਗੈਰਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਮੂੰਗ ਮਸੂਰ ਦੀ ਦਾਲ, ਤੂਰ ਦੀ ਦਾਲ, ਇਸ ਤਰ੍ਹਾਂ ਦੀਆਂ ਦਾਲਾਂ ਤੁਸੀਂ ਇਸਤੇਮਾਲ ਕਰ ਸਕਦੇ ਹੋ। ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ 3-4 ਵਾਰੀ ਪਾਣੀ ਦੇ ਨਾਲ ਧੋ ਲਵਾਂਗੇ ਤਾਂ ਕਿ ਇਹਦੀ ਮਿੱਟੀ ਜਾਂ ਗੰਦਗੀ ਜਿਹੜੀ ਹੈ ਉਹ ਸਾਰੀ ਨਿਕਲ ਜਾਏ। ਤੇ ਇਹਨੂੰ ਅਸੀਂ ਲਗਭਗ ਅੱਧੇ ਘੰਟੇ ਤੋਂ 1 ਘੰਟੇ ਤੱਕ ਅਸੀਂ ਭਿਗੋ ਕੇ ਰੱਖ ਸਕਦੇ ਹਾਂ। ਮਿਨੀਮਮ ਅੱਧਾ ਘੰਟਾ, ਜ਼ਿਆਦਾ ਤੋਂ ਜ਼ਿਆਦਾ 1 ਘੰਟਾ ਇਹਨੂੰ ਭਿਉਣਾ ਬਹੁਤ ਹੈ, ਤਾਂ ਕਿ ਇਹ ਜਿਹੜਾ ਸੌਫਟ ਹੋ ਜਾਏ ਤੇ ਵਧੀਆ ਜਿਹੀ ਖਿਚੜੀ ਸਾਡੀ ਬਣ ਕੇ ਤਿਆਰ ਹੋ ਜਾਵੇ। ਵੈਸੇ ਇਹ ਬਹੁਤਾ ਸਖਤ ਅਨਾਜ ਨਹੀਂ, ਬਹੁਤ ਹੀ ਸੌਖਾ, ਬਹੁਤ ਜਲਦੀ ਗਲ ਜਾਂਦਾ ਹੈ। ਇਹਨੂੰ ਤੁਸੀਂ ਕੱਚਾ ਵੀ ਖਾ ਕੇ ਦੇਖੋਗੇ ਤਾਂ ਇਹ ਕੋਈ ਚਬਾਉਣਾ ਵੀ ਬਹੁਤ ਆਸਾਨ ਹੈ, ਬਹੁਤ ਹਾਰਡ ਅਨਾਜ ਨਹੀਂ ਹੈ ਇਹ। ਕੋਦਰੇ ਤੋਂ ਅਸੀਂ ਮਿੱਠਾ ਦਲੀਆ ਜਾਂ ਖੀਰ ਵੀ ਤਿਆਰ ਕਰ ਸਕਦੇ ਹਾਂ, ਪਰ ਅੱਜ ਅਸੀਂ ਦਾਲ ਵਾਲੀ ਖਿਚੜੀ ਬਣਾ ਰਹੇ ਹਾਂ ਤੇ ਸਾਡਾ ਜਿਹੜਾ ਦਾਲ ਤੇ ਕੋਦਰਾ ਹੈ ਉਹ ਬਿਲਕੁਲ ਭਿੱਜ ਕੇ ਤਿਆਰ ਹੋ ਗਿਆ। ਵੈਸੇ ਕੋਦਰੇ ਦੇ ਅੰਦਰ ਵੀ ਚੰਗੀ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ, ਪਰ ਦਾਲ ਦੇ ਨਾਲ ਇਹ ਬਹੁਤ ਹੀ ਵਧੀਆ ਪ੍ਰੋਟੀਨ ਰਿਚ ਰੈਸਿਪੀ ਸਾਡੀ ਬਣ ਜਾਏਗੀ, ਹੋਰ ਵੀ ਜ਼ਿਆਦਾ ਹੈਲਦੀ ਹੋ ਜਾਏਗੀ। ਤੇ ਨਾਲ ਹੀ ਇਹ ਜਿਹੜੀ ਰੈਸਿਪੀ ਹੈ ਇਹ ਲਗਭਗ ਗਲੂਟਨ ਫ੍ਰੀ ਹੈ। ਕੋਈ ਚੀਜ਼ ਤੁਹਾਨੂੰ ਲੱਗੇ ਹੋਰ ਜਿਹੜੀ ਡਾਈਜੈਸਟ ਨਹੀਂ ਹੋ ਸਕਦੀ, ਉਹਨੂੰ ਤੁਸੀਂ ਬਾਹਰ ਕੱਢ ਸਕਦੇ ਹੋ। ਪਰ ਇਹ ਜਿਹੜੀ ਡਿਸ਼ ਅਸੀਂ ਬਣਾ ਰਹੇ ਹਾਂ ਅੱਜ ਵਾਲੀ, ਇਹ ਵੀ ਤੁਹਾਡੀ ਇੱਕ ਮਿਲਟਸ ਦੀ ਰੈਸਿਪੀ ਦੇ ਵਿੱਚ, ਜਾਂ ਫਿਰ ਤੁਸੀਂ ਜਦੋਂ ਡਿਜ਼ੀਜ਼ ਫ੍ਰੀ ਲਾਈਫ ਜੀਣਾ ਚਾਹੁੰਦੇ ਹੋ ਉਹਦੇ ਵਿੱਚ ਇਹਨੂੰ ਐਡ ਕਰ ਸਕਦੇ ਹੋ। ਹੁਣ ਅਸੀਂ ਇੱਕ ਪਤੀਲੀ ਲੈ ਲਈ ਹੈ ਤੇ ਉਹਦੇ ਵਿੱਚ ਪਾਣੀ ਨੂੰ ਗਰਮ ਕਰ ਲਿਆ। ਅਸੀਂ ਆਪਣੀ ਭਿੱਜੀ ਹੋਈ ਖਿਚੜੀ ਨੂੰ ਪਾਣੀ ਦੇ ਵਿੱਚ ਪਾ ਦਿਆਂਗੇ। ਇਹਨੂੰ ਅਸੀਂ 15 ਤੋਂ 20 ਮਿੰਟ ਲਈ ਸਿਮ ਗੈਸ ਤੇ ਪਕਾਉਣਾ ਹੈ, ਕਿਉਂਕਿ ਪਾਣੀ ਪਹਿਲਾਂ ਹੀ ਉਬਲ ਰਿਹਾ ਹੈ। ਬਸ ਖਿਚੜੀ ਪਾਉਂਦਿਆਂ ਸਾਰ ਸਵਾਦ ਅਨੁਸਾਰ ਅਸੀਂ ਇਹਦੇ ਵਿੱਚ ਨਮਕ ਪਾਵਾਂਗੇ, ਗੈਸ ਨੂੰ ਸਿਮ ਕਰ ਦਿਆਂਗੇ ਤੇ ਇਹਨੂੰ ਪੱਕਣ ਲਈ ਛੱਡ ਦਿਆਂਗੇ। ਤਾਂ ਇਹ 15 ਤੋਂ 20 ਮਿੰਟ ਦੇ ਵਿੱਚ ਆਪਣੇ ਆਪ ਤਿਆਰ ਹੋ ਜਾਏਗੀ। ਬਹੁਤਾ ਕੋਈ ਹਿਲਾਉਣ ਦੀ ਜ਼ਰੂਰਤ ਨਹੀਂ ਹੈ। ਜਿਵੇਂ ਅੱਧਾ ਕਿਲੋ ਅਸੀਂ ਖਿਚੜੀ ਲਈ ਹੈ, ਜਿਹਦੇ ਵਿੱਚ ਪਾਈਆ ਕੋਦਰਾ ਤੇ ਪਾਈਆ ਦਾਲ ਹੈ, ਤਾਂ ਲਗਭਗ 2 ਲੀਟਰ ਦੇ ਮੈਂ ਪਾਣੀ ਲਿਆ ਹੈ। ਖੁੱਲਾ ਪਾਣੀ ਪਾਉਣਾ ਚਾਹੀਦਾ ਹੈ ਤਾਂ ਕਿ ਖਿਚੜੀ ਜਿਹੜੀ ਹੈ ਉਹ ਖਿਚੜੀ ਵਰਗੀ ਬਣ ਸਕੇ। ਖਿਚੜੀ ਦੀ ਕੰਸਿਸਟੈਂਸੀ ਥੋੜੀ ਪਤਲੀ ਹੋਣੀ ਚਾਹੀਦੀ ਹੈ, ਉਹ ਪੂਰੀ ਤਰ੍ਹਾਂ ਥਿਕ ਚਾਵਲਾਂ ਦੀ ਤਰ੍ਹਾਂ ਅਸੀਂ ਇਹਨੂੰ ਨਹੀਂ ਬਣਾ ਰਹੇ। ਨਮਕ ਅਸੀਂ ਪਾ ਦਿੱਤਾ ਹੈ। ਹੁਣ ਅਸੀਂ ਇਹਦੇ ਉੱਪਰ ਢੱਕਣੀ ਦੇ ਦਿਆਂਗੇ, ਜਿਹਨੂੰ ਅਸੀਂ ਥੋੜਾ ਜਿਹਾ ਨੰਗਾ ਰੱਖ ਦਿਆਂਗੇ ਤਾਂ ਕਿ ਪਾਣੀ ਬਾਹਰ ਨਾ ਆਵੇ, ਤੇ ਗੈਸ ਸਿਮ ਕਰ ਦਿਆਂਗੇ। 20 ਮਿੰਟ ਹੋ ਚੁੱਕੇ ਨੇ। ਹੁਣ ਅਸੀਂ ਚੈੱਕ ਕਰਦੇ ਹਾਂ ਕਿ ਸਾਡੀ ਖਿਚੜੀ ਤਿਆਰ ਹੈ ਜਾਂ ਨਹੀਂ। ਖਿਚੜੀ ਬਹੁਤ ਹੀ ਵਧੀਆ ਤਿਆਰ ਹੋ ਗਈ। ਬਸ ਅਸੀਂ ਇਹਨੂੰ ਇਸ ਕੰਸਿਸਟੈਂਸੀ ਦਾ ਹੀ ਰੱਖਣਾ ਹੈ, ਕਿਉਂਕਿ ਜੇ ਅਸੀਂ ਹੋਰ ਜ਼ਿਆਦਾ ਇਹਨੂੰ ਪਕਾਵਾਂਗੇ ਤਾਂ ਇਹ ਹੋਰ ਜ਼ਿਆਦਾ ਗਾੜੀ ਹੋ ਜਾਏਗੀ। ਪਰ ਖਿਚੜੀ ਜਿਹੜੀ ਹੈ ਉਹ ਪਤਲੀ ਹੀ ਵਧੀਆ ਹੁੰਦੀ ਹੈ।
ਹੁਣ ਇਹਦੇ ਵਿੱਚ ਕੁੱਟੀ ਹੋਈ ਮੈਂ ਸਵਾਦ ਅਨੁਸਾਰ ਕਾਲੀ ਮਿਰਚ ਪਾ ਦਿੱਤੀ ਹੈ। ਜੇ ਤੁਸੀਂ ਇਸ ਖਿਚੜੀ ਨੂੰ ਛੋਟੇ ਬੱਚਿਆਂ ਲਈ ਵਰਤਣਾ ਚਾਹੁੰਦੇ ਹੋ ਜਾਂ ਫਿਰ ਬਜ਼ੁਰਗਾਂ ਲਈ ਵਰਤਣਾ ਚਾਹੁੰਦੇ ਹੋ ਜਾਂ ਫਿਰ ਘਰ ਵਿੱਚ ਕੋਈ ਬਿਮਾਰ ਹੈ ਉਹਦੇ ਲਈ ਵਰਤਣਾ ਚਾਹੁੰਦੇ ਹੋ ਤਾਂ ਇਹ ਖਿਚੜੀ ਬਿਲਕੁਲ ਤਿਆਰ ਹੈ ਤੇ ਅਸੀਂ ਬਸ ਇਹਨੂੰ ਘੀ ਥੋੜਾ ਜਿਹਾ ਪਾ ਕੇ ਸਰਵ ਕਰ ਦਿਆਂਗੇ। ਕੋਦਰੇ ਦੀ ਖਿਚੜੀ ਕਫ ਨੂੰ ਸਰੀਰ ਚੋਂ ਖਤਮ ਕਰਦੀ ਹੈ, ਜਿੰਨੀ ਵੀ ਸੋਜਿਸ਼ ਜਾਂ ਕਲੇਦ ਅੰਦਰ ਹੁੰਦਾ ਹੈ ਉਹਨੂੰ ਸੁਕਾਉਂਦੀ ਹੈ। ਤਾਂ ਖਾਸ ਕਰਕੇ ਇਹ ਜਿਹੜੀ ਖਿਚੜੀ ਹੈ ਉਹਨਾਂ ਲੋਕਾਂ ਲਈ ਬਹੁਤ ਹੀ ਬੈਸਟ ਹੈ ਜਿਹੜੇ ਮੋਟਾਪੇ ਦਾ ਸ਼ਿਕਾਰ ਹਨ। ਜਦੋਂ ਅਸੀਂ ਇਸ ਖਿਚੜੀ ਦਾ ਲਗਾਤਾਰ ਸੇਵਨ ਕਰਦੇ ਹਾਂ ਤਾਂ ਸਾਡਾ ਜਿਹੜਾ ਜੰਮਿਆ ਹੋਇਆ ਮਲ ਹੈ ਇਹ ਉਹਨੂੰ ਲੇਖਨ ਕਰਕੇ ਖੁਰਚ ਕੇ ਆਪਣੇ ਆਪ ਹੀ ਬਾਹਰ ਕੱਢ ਦਿੰਦੀ ਹੈ ਤੇ ਕੁਝ ਸੁਖਾ ਦਿੰਦੀ ਹੈ। ਨਾਲ ਹੀ ਨਾਲ ਇਹ ਖਿਚੜੀ ਡਾਇਬਟੀਜ਼ ਦੇ ਰੋਗੀਆਂ ਲਈ ਬਹੁਤ ਵਧੀਆ ਹੈ ਕਿਉਂਕਿ ਇਹ ਸਾਡੇ ਖੂਨ ਦੇ ਅੰਦਰੋਂ ਸ਼ੂਗਰ ਦੀ ਮਾਤਰਾ ਨੂੰ ਘਟਾਉਂਦੀ ਹੈ। ਤਾਂ ਇਹ ਖਿਚੜੀ ਡਾਇਬਟੀਜ਼ ਦੇ ਰੋਗੀ ਵੀ ਜੇ ਉਹਨੂੰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਹਨ ਤਾਂ ਉਹਨਾਂ ਦਾ ਜਿਹੜਾ ਸ਼ੂਗਰ ਲੈਵਲ ਹੈ ਉਹ ਕਾਫੀ ਨਾਰਮਲ ਆਣਾ ਸ਼ੁਰੂ ਹੋ ਜਾਏਗਾ ਹੌਲੀ ਕਰਕੇ। ਖਿਚੜੀ ਸਾਡੀ ਬਿਲਕੁਲ ਤਿਆਰ ਹੈ। ਅਸੀਂ ਇਹਦੇ ਉੱਪਰ 1 ਚਮਚ ਘੀ ਪਾਵਾਂਗੇ ਸਰਵ ਕਰਨ ਤੋਂ ਪਹਿਲਾਂ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਬਹੁਤ ਰੁੱਖੀ ਨੇਚਰ ਦੀ ਹੈ ਤਾਂ ਇਸ ਕਰਕੇ ਸਾਨੂੰ ਇਸ ਤਰ੍ਹਾਂ ਦੇ ਅਨਾਜ ਜਾਂ ਇਸ ਤਰ੍ਹਾਂ ਦੇ ਭੋਜਨ ਨੂੰ ਘਿਓ ਨਾਲ ਹੀ ਲੈਣਾ ਚਾਹੀਦਾ ਹੈ, ਨਹੀਂ ਤਾਂ ਸਾਡੇ ਅੰਦਰ ਕਬਜ਼ ਹੋ ਸਕਦੀ ਹੈ। ਸਾਡਾ ਜਿਹੜਾ ਮਲ ਹੈ ਉਹ ਬਿਲਕੁਲ ਕਰੜਾ ਤੇ ਸੁੱਕ ਸਕਦਾ ਹੈ ਜਾਂ ਸਾਡੀਆਂ ਧਾਤੂਆਂ ਜਿਹੜੀਆਂ ਨੇ ਉਹ ਸੁੱਕਣੀਆਂ ਸ਼ੁਰੂ ਹੋ ਸਕਦੀਆਂ ਨੇ। ਪਰ ਇੰਨਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਕਫ ਬਹੁਤ ਜ਼ਿਆਦਾ ਹੈ, ਜਿਨ੍ਹਾਂ ਨੇ ਉਲਟਾ ਆਪਣਾ ਜਿਹੜਾ ਕਫ ਹੈ ਤੇ ਆਪਣੀ ਫੈਟ ਨੂੰ ਸੁਕਾਉਣਾ ਹੈ ਤੇ ਉਹਨਾਂ ਨੇ ਆਪਣੇ ਅੰਦਰ ਵਾਤ ਥੋੜੀ ਵਧਾਉਣੀ ਹੈ ਕਿਉਂਕਿ ਕਫ ਪਹਿਲਾਂ ਹੀ ਜ਼ਿਆਦਾ ਹੈ, ਤਾਂ ਉਹ ਬਿਨਾਂ ਘੀ ਦੇ ਲੈਣ ਕਿਉਂਕਿ ਇਹ ਰੁੱਖੀ ਹੈ। ਤਾਂ ਆਪਣੇ ਆਪ ਜਦੋਂ ਇਹ ਰੁੱਖੀ ਚੀਜ਼ ਜਾਊਗੀ ਤਾਂ ਕਫ ਨੂੰ ਖਤਮ ਕਰੂਗੀ। ਹੁਣ ਅਸੀਂ ਖਿਚੜੀ ਨੂੰ ਤੜਕਾ ਲਗਾਉਂਦੇ ਹਾਂ ਕਿਉਂਕਿ ਸਾਰੇ ਹੀ ਫਿੱਕੀ ਖਿਚੜੀ ਨਹੀਂ ਖਾ ਸਕਦੇ, ਤਾਂ ਅਸੀਂ ਕੁਝ ਸਬਜ਼ੀਆਂ ਲਈਆਂ ਨੇ, ਪਿਆਜ਼, ਟਮਾਟਰ, ਹਰੀ ਮਿਰਚ, ਸ਼ਿਮਲਾ ਮਿਰਚ ਤੇ ਥੋੜੀ ਜਿਹੀ ਬਰੀਕ ਕੱਟੀ ਹੋਈ ਗਾਜਰ। ਹੁਣ ਅਸੀਂ ਆਪਣੀ ਖਿਚੜੀ ਨੂੰ ਤੜਕਾ ਲਗਾਉਂਦੇ ਹਾਂ ਕਿਉਂਕਿ ਜਿਹੜੇ weight loss ਲਈ ਖਾ ਰਹੇ ਨੇ ਉਹਨਾਂ ਨੂੰ ਸਵਾਦ ਵੀ ਜ਼ਰੂਰੀ ਚਾਹੀਦਾ ਹੈ ਤਾਂ ਕਿ ਖਾਣਾ ਸਵਾਦ ਲੱਗੇ। ਇਸ ਕਰਕੇ ਅਸੀਂ ਇਹਨੂੰ ਆਪਣੀ ਡਾਈਟ ਦੇ ਵਿੱਚ ਈਜ਼ੀਲੀ ਸ਼ਾਮਿਲ ਕਰ ਸਕਦੇ ਹਾਂ। ਅਸੀਂ ਇੱਕ ਪੈਨ ਲੈ ਲਿਆ ਜਿਹੜਾ ਤੇਲ ਨਾਲ ਬਸ ਸਿਰਫ ਗਰੀਸ ਕੀਤਾ ਹੋਇਆ ਹੈ, ਬਹੁਤਾ ਤੇਲ ਉਹਦੇ ਅੰਦਰ ਨਹੀਂ। ਉਹਦੇ ਵਿੱਚ ਅਸੀਂ ਜੀਰਾ ਤੇ ਹਰੀ ਮਿਰਚ ਨੂੰ ਤੜਕ ਲਵਾਂਗੇ। ਜਿਹੜੇ ਲੋਕ ਹਾਈ ਕੋਲੇਸਟ੍ਰੋਲ ਤੋਂ ਪੀੜਿਤ ਹਨ ਜਾਂ ਫਿਰ ਜਿਹੜੇ ਨੂੰ ਲੌਂਗ ਟਰਮ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਨ, ਲਾਈਫਸਟਾਈਲ ਡਿਸਆਰਡਰਸ ਨਾਲ ਪੀੜਿਤ ਹਨ ਜਿਵੇਂ ਕਿ ਹਾਈਪੋਥਾਇਰਾਇਡਿਜ਼ਮ ਵਗੈਰਾ ਜਾਂ PCOD, ਤਾਂ ਉਹਨਾਂ ਨੂੰ ਤੜਕਾ ਵਗੈਰਾ ਲਾ ਕੇ ਖਾਣਾ ਚਾਹੀਦਾ। ਮੈਂ ਦੇਖਿਆ ਕਿ ਬਹੁਤੇ ਲੋਕ ਸਬਜ਼ੀਆਂ ਨੂੰ ਕੱਚਾ ਖਾਂਦੇ ਹਨ, ਤਾਂ ਕੱਚਾ ਖਾਣ ਦੀ ਬਜਾਏ ਸਾਨੂੰ ਸਬਜ਼ੀਆਂ ਨੂੰ ਥੋੜਾ ਜਿਹਾ ਸਟੀਮ ਕਰਕੇ ਖਾਣਾ ਚਾਹੀਦਾ ਹੈ। ਅਸੀਂ ਵੀ ਅੱਜ ਸਬਜ਼ੀਆਂ ਨੂੰ ਬਹੁਤਾ ਨਹੀਂ ਪਕਾਵਾਂਗੇ ਪਰ ਇਹਨਾਂ ਨੂੰ ਹਲਕਾ ਫੁਲਕਾ ਜਿਹਾ ਸਟੀਮ ਕਰ ਲਵਾਂਗੇ ਤਾਂ ਕਿ ਇਹਨਾਂ ਦਾ ਕੱਚਾਪਨ ਤੇ ਇਹਨਾਂ ਦੀ ਵਾਤ ਖਤਮ ਹੋ ਜਾਏ। ਜੇ ਅਸੀਂ ਲਗਾਤਾਰ ਕੱਚਾ ਸਲਾਦ ਖਾਵਾਂਗੇ ਤਾਂ ਉਹ ਸਰੀਰ ਦੇ ਵਿੱਚ ਗੈਸ, ਡਰਾਈਨੈਸ ਲੈ ਕੇ ਆਉਂਦਾ ਹੈ। ਤਾਂ ਹੁਣ ਅਸੀਂ ਗਾਜਰ ਪਾ ਦਿੱਤੀ ਹੈ। ਗਾਜਰ ਨੂੰ ਵੀ ਅਸੀਂ ਹਲਕਾ ਜਿਹਾ ਰੋਸਟ ਕਰ ਲਵਾਂਗੇ। ਗਾਜਰ ਥੋੜਾ ਜਿਹਾ ਪੱਕਣ ਤੇ ਟਾਈਮ ਲੈਂਦੀ ਹੈ। ਇਹਨੂੰ ਅਸੀਂ ਸਭ ਤੋਂ ਪਹਿਲਾਂ ਇਸੇ ਕਰਕੇ ਪਾਇਆ ਹੈ ਕਿ ਇਹਦਾ ਥੋੜਾ ਜਿਹਾ ਕੱਚਾਪਨ ਖਤਮ ਹੋ ਜਾਏ। ਇਹਨੂੰ 5 ਮਿੰਟ ਅਸੀਂ ਰੋਸਟ ਕਰ ਲੈਣਾ ਹੈ ਬਾਕੀ ਸਬਜ਼ੀਆਂ ਨਾਲੋਂ ਪਹਿਲਾਂ। ਕੋਦਰੇ ਦੀ ਜਿਹੜੀ ਰੈਸਿਪੀ ਹੈ ਦੱਸਣ ਦਾ ਇਹੀ ਮਕਸਦ ਹੈ ਕਿ ਅਸੀਂ ਆਪਣੇ ਫੂਡ ਦੇ ਵਿੱਚ ਵੈਰਾਈਟੀ ਲੈ ਕੇ ਆਈਏ ਤੇ ਆਪਣੇ ਲਾਈਫਸਟਾਈਲ ਡਿਸਆਰਡਰਸ ਤੋਂ ਬਚਣ ਦੇ ਲਈ ਅਸੀਂ ਆਪਣੀ ਡਾਈਟ ਦੇ ਵਿੱਚ ਕੁਝ ਬਦਲਾਵ ਕਰੀਏ। ਅਸੀਂ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾ ਦਿੱਤਾ ਹੈ, ਉਹ ਪੱਕਣ ਦੇ ਵਿੱਚ ਵੀ ਮਦਦ ਕਰੇਗਾ। ਕੁਝ ਨਮਕ ਅਸੀਂ ਖਿਚੜੀ ਦੇ ਵਿੱਚ ਵੀ ਪਾ ਲਿਆ ਸੀ। ਜਿਹੜਾ ਕੋਦਰਾ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਮਿਨਰਲਸ ਵੀ ਹੁੰਦੇ ਨੇ ਜਿਵੇਂ ਕਿ ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਫਾਸਫੋਰਸ, ਆਇਰਨ ਤੇ ਇਹਦਾ ਜਿਹੜਾ ਫਿਨੋਲਿਕ ਐਕਸਟ੍ਰੈਕਟ ਹੈ ਇਹ ਜਿਹੜਾ ਹੈ ਆਪਣੀ ਹਾਰਟ ਨੂੰ ਹੈਲਦੀ ਰੱਖਣ ਦੇ ਵਿੱਚ ਬਹੁਤ ਮਦਦ ਕਰਦਾ ਹੈ, BP ਨੂੰ ਮੇਨਟੇਨ ਕਰਨ ਦੇ ਵਿੱਚ ਮਦਦ ਕਰਦਾ ਹੈ ਤੇ ਨਾਲ ਹੀ ਨਾਲ ਜਿਹੜਾ ਬੈਡ ਕੋਲੇਸਟ੍ਰੋਲ ਆਪਣੇ ਅੰਦਰ ਹੁੰਦਾ ਹੈ ਉਹਨੂੰ ਇਹ ਖਤਮ ਕਰਦਾ ਹੈ। ਗਾਜਰ ਦੇ ਸੌਫਟ ਹੁੰਦਿਆਂ ਹੀ ਅਸੀਂ ਪਿਆਜ਼ ਤੇ ਸ਼ਿਮਲਾ ਮਿਰਚ ਵੀ ਵਿੱਚ ਪਾ ਦਿੱਤੇ ਹਨ ਕਿਉਂਕਿ ਇਹਨਾਂ ਦੋਨਾਂ ਨੂੰ ਲਗਭਗ ਬਰਾਬਰ ਜਿਹਾ ਹੀ ਟਾਈਮ ਲੱਗਦਾ ਹੈ ਰੋਸਟ ਹੋਣ ਤੇ। ਅਸੀਂ ਸਾਰੀਆਂ ਸਬਜ਼ੀਆਂ ਨੂੰ ਪੂਰੀ ਚੰਗੀ ਤਰ੍ਹਾਂ ਗਲਾਉਣਾ ਨਹੀਂ, ਬਸ ਸਿਰਫ ਇਹਨਾਂ ਨੂੰ ਮਤਲਬ ਸਟੀਮ ਕਰਨਾ ਹੈ ਜਿਸ ਤਰ੍ਹਾਂ ਨੂਡਲਸ ਜਾਂ ਫਿਰ ਪੀਜ਼ਾ ਦੇ ਵਿੱਚ ਹੁੰਦੀਆਂ ਨੇ। ਉਸੇ ਤਰ੍ਹਾਂ ਬਸ ਉਨਾ ਕੁ ਕੱਚਾਪਨ ਵੀ ਇਹਨਾਂ 'ਚ ਰਹਿ ਜਾਣਾ ਚਾਹੀਦਾ ਹੈ ਤੇ ਕਰੰਚ ਇਹਨਾਂ ਦੇ ਵਿੱਚ ਬਣਿਆ ਰਹਿਣਾ ਚਾਹੀਦਾ ਹੈ, ਪਰ ਹਾਂ ਇਹ ਕੱਚੀਆਂ ਵੀ ਨਹੀਂ ਹੋਣੀਆਂ ਚਾਹੀਦੀਆਂ ਬਿਲਕੁਲ। ਢੱਕ ਲਵਾਂਗੇ, ਢੱਕ ਕੇ ਅਸੀਂ ਚੈੱਕ ਕਰ ਲਾਂਗੇ ਥੋੜਾ ਵਧੀਆ ਇਹ ਪੱਕ ਗਿਆ ਹੁਣ ਥੋੜਾ ਜਿਹਾ। ਹੁਣ ਅਸੀਂ ਟਮਾਟਰ ਇਹਦੇ ਵਿੱਚ ਪਾ ਦੇਣਾ ਹੈ ਕਿਉਂਕਿ ਟਮਾਟਰ ਨੂੰ ਗਲਣ ਤੇ ਬਹੁਤ ਹੀ ਥੋੜਾ ਟਾਈਮ ਲੱਗਦਾ ਹੈ, ਇਸ ਕਰਕੇ ਅਸੀਂ ਬਿਲਕੁਲ ਲਾਸਟ ਤੇ ਇਹਦੇ ਵਿੱਚ ਟਮਾਟਰ ਐਡ ਕਰਾਂਗੇ। 5 ਮਿੰਟ ਅਸੀਂ ਇਹਨੂੰ ਹੋਰ ਢੱਕ ਲਵਾਂਗੇ ਤੇ ਬਸ ਜਿਹੜਾ ਸਾਡਾ ਤੜਕਾ ਹੈ ਖਿਚੜੀ ਦੇ ਲਈ ਉਹ ਬਿਲਕੁਲ ਤਿਆਰ ਹੋ ਜਾਏਗਾ।
ਇਹ ਸਬਜ਼ੀ ਜਿੰਨਾ ਜ਼ਿਆਦਾ ਟਾਈਮ ਲੈਂਦੀ ਹੈ ਪੱਕਣ ਤੇ ਉਹਨੂੰ ਓਨਾ ਹੀ ਪਹਿਲਾਂ ਪਾਓ ਤੇ ਜਿਹੜੀ ਘੱਟ ਲੈਂਦੀ ਹੈ ਉਹਨੂੰ ਓਨਾ ਹੀ ਲਾਸਟ ਤੇ ਪਾਓ। ਇਹ ਛੋਟੀਆਂ-ਛੋਟੀਆਂ ਟੈਕਨੀਕਸ ਫੂਡ ਦੇ ਵਿੱਚ ਸਾਨੂੰ ਵਰਤਣੀਆਂ ਪੈਂਦੀਆਂ ਹਨ ਤਾਂ ਕਿ ਅਸੀਂ ਹੈਲਦੀ ਫੂਡ ਬਣਾ ਸਕੀਏ ਤੇ ਘੱਟ ਤੋਂ ਘੱਟ ਘੀ ਤੇਲ ਦਾ ਇਸਤੇਮਾਲ ਕਰ ਸਕੀਏ। ਹੁਣ ਅਸੀਂ ਇਹਦੇ ਵਿੱਚ ਆਪਣਾ ਗਰਮ ਮਸਾਲਾ ਪਾ ਦਿੱਤਾ ਹੈ ਜਿਹੜਾ ਕਿ ਅਸੀਂ ਬਣਾਇਆ ਹੋਇਆ ਹੈ। ਤੁਸੀਂ ਹੁਣ ਤੱਕ ਤਾਂ ਸਾਰਿਆਂ ਨੇ ਉਹ ਵੀਡੀਓ ਦੇਖ ਲਈ ਹੋਏਗੀ, ਮੈਂ ਫਿਰ ਵੀ ਉਹਦਾ ਲਿੰਕ ਦੇ ਦਿਆਂਗੀ। ਇਸ ਤਰ੍ਹਾਂ ਦੀਆਂ ਜਿਹੜੀਆਂ ਰੈਸਿਪੀਜ਼ ਨੇ ਉਹ ਸਾਡੀ ਜਿਹੜੀ ਜੀਭ ਹੈ ਉਹਦੇ ਤੇ ਬੈਠਣ ਤੇ ਥੋੜਾ ਜਿਹਾ ਟਾਈਮ ਲਾ ਦਿੰਦੀਆਂ ਨੇ। ਇਹ ਵੀ ਇੱਕ ਮੈਡੀਟੇਸ਼ਨ ਹੈ, ਫੂਡ ਮੈਡੀਟੇਸ਼ਨ ਹੈ। ਜਦੋਂ ਅਸੀਂ ਇਹ ਸੋਚਦੇ ਹਾਂ ਕਿ ਇਹ ਖਾਣਾ ਸਾਨੂੰ ਅੰਦਰ ਤੱਕ ਬਿਲਕੁਲ ਤੰਦਰੁਸਤ ਕਰ ਦੇਗਾ ਤਾਂ ਇਹੀ ਸਾਨੂੰ ਚੰਗਾ ਲੱਗਦਾ ਹੈ ਤੇ ਅਸੀਂ ਕੋਈ ਹੋਰ ਗਲਤ ਖਾਣਾ ਖਾਂਦੇ ਹਾਂ ਤਾਂ ਸਾਨੂੰ ਹਮੇਸ਼ਾ ਰਿਗਰੈਟ ਫੀਲ ਹੁੰਦਾ ਹੈ। ਮੇਰੀ ਜੌਬ ਹੈ ਤੁਹਾਨੂੰ ਮੋਟੀਵੇਟ ਕਰਨਾ ਕਿ ਆਪਾਂ ਹੈਲਦੀ ਖਾਣਾ ਚੂਜ਼ ਕਰੀਏ ਤੇ ਹੈਲਦੀ ਖਾਣੇ ਨੂੰ ਖਾਣ ਦੀ ਕੋਸ਼ਿਸ਼ ਕਰੀਏ। ਹੌਲੀ-ਹੌਲੀ ਕਰਕੇ ਅਸੀਂ ਇਸ ਚੀਜ਼ ਨੂੰ ਅਪਣਾ ਲਵਾਂਗੇ। ਤੜਕਾ ਬਿਲਕੁਲ ਰੈਡੀ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਖਿਚੜੀ ਨੂੰ ਮਿਕਸ ਕਰ ਦਿਆਂਗੇ ਜਿਹੜੀ ਅਸੀਂ ਪਹਿਲਾਂ ਬਣਾਈ ਸੀ ਤੇ ਬਸ ਸਾਡੀ ਜਿਹੜੀ ਸੈਲਡ ਵਾਲੀ ਖਿਚੜੀ ਹੈ ਜਾਂ ਫਿਰ ਤੜਕੇ ਵਾਲੀ ਖਿਚੜੀ ਜਿਹੜੀ ਹੈ ਉਹ ਤਿਆਰ ਹੋ ਗਈ ਹੈ। ਇਹ ਬਹੁਤ ਨਿਊਟ੍ਰੀਸ਼ੀਅਸ ਹੈ ਉਹਨਾਂ ਸਾਰਿਆਂ ਦੇ ਲਈ ਜਿਹੜੇ ਜ਼ਿਆਦਾ ਭਾਰ ਕਰਕੇ ਜਾਂ ਫਿਰ ਪੇਟ ਦੇ ਇਸ਼ੂਜ਼ ਕਰਕੇ ਜਿਨ੍ਹਾਂ ਨੂੰ ਕਣਕ ਨਹੀਂ ਪਚ ਰਹੀ ਉਹਦੇ ਕਰਕੇ ਅਕਸਰ ਬਿਮਾਰ ਰਹਿੰਦੇ ਹਨ। ਇਹ ਜਿਹੜੀ ਖਿਚੜੀ ਹੈ ਜਾਂ ਇਹ ਜਿਹੜੀ ਰੈਸਿਪੀ ਹੈ ਇਹ ਸਾਨੂੰ ਸਾਡੀਆਂ ਬਿਮਾਰੀਆਂ ਤੋਂ ਨਿਜਾਤ ਪਾਉਣ ਦੇ ਵਿੱਚ ਮਦਦ ਕਰ ਸਕਦੀ ਹੈ। ਪਰ ਇਹ ਵੀ ਹੈ ਕਿ ਅਸੀਂ ਅਨਾਜ ਨੂੰ ਬਦਲ ਕੇ ਖਾਣਾ ਹੈ। ਕਦੀ ਅਸੀਂ ਕਣਕ ਦੀ ਰੋਟੀ ਖਾ ਲੈਣੀ ਹੈ, ਕਦੀ ਅਸੀਂ ਖਿਚੜੀ ਖਾ ਲੈਣੀ ਹੈ, ਕਦੀ ਅਸੀਂ ਵੇਸਣ ਦੀ ਰੋਟੀ ਖਾ ਲੈਣੀ ਹੈ, ਕਦੀ ਅਸੀਂ ਚਾਵਲਾਂ ਵਾਲੀ ਖਿਚੜੀ ਖਾ ਲੈਣੀ ਹੈ। ਤਾਂ ਸਾਡੇ ਕੋਲ ਬਹੁਤ ਵੈਰਾਈਟੀ ਹੋਣੀ ਚਾਹੀਦੀ ਹੈ। ਪਰ ਤਿੰਨੋਂ ਦੇ ਤਿੰਨੋਂ ਟਾਈਮ ਕਣਕ ਦੀ ਰੋਟੀ ਮਾੜੀ ਹੈ ਪਰ ਪੂਰੀ ਤਰ੍ਹਾਂ ਕਣਕ ਛੱਡਣਾ ਵੀ ਮਾੜਾ ਹੈ। ਇਹੀ ਤੁਸੀਂ ਸਮਝਣਾ ਹੈ। ਡਾਈਟ ਨੂੰ ਇਸ ਲੈਵਲ ਤੱਕ ਸਮਝੋ ਕਿਉਂਕਿ ਕੋਈ ਵੀ ਚੀਜ਼ ਜਦੋਂ ਅਸੀਂ ਜ਼ਿਆਦਾ ਲੈ ਰਹੇ ਹਾਂ ਤਾਂ ਵੀ ਮਾੜੀ ਹੈ, ਜੇ ਅਸੀਂ ਘੱਟ ਲੈਂਦੇ ਹਾਂ ਤਾਂ ਵੀ ਮਾੜੀ ਹੈ। ਤਾਂ ਇਹ ਬੈਲੈਂਸ ਬਣਾਉਣਾ ਸਾਨੂੰ ਆਉਣਾ ਚਾਹੀਦਾ ਹੈ। ਇਹ ਰੁੱਖੀ ਤਾਸੀਰ ਦੇ ਨੇ, ਘੀ ਲੈਣਾ ਇਹਨਾਂ ਨਾਲ ਬਹੁਤ ਜ਼ਰੂਰੀ ਹੈ। ਤੇ ਜੇ ਅਸੀਂ ਬਹੁਤ ਜ਼ਿਆਦਾ ਸਾਡੇ ਅੰਦਰ ਫੈਟ ਹੈ, ਕਫ ਹੈ ਤਾਂ ਪਹਿਲਾਂ ਮਹੀਨਾ 2 ਮਹੀਨੇ ਤੁਸੀਂ ਇਹਨੂੰ ਰੁੱਖੀ ਲੈ ਲਓ, ਸੈਰ ਕਰੋ। ਜਦੋਂ ਤੁਹਾਨੂੰ ਲੱਗੇ ਕਿ ਸਾਡੀ ਕਫ ਬੈਲੈਂਸ ਹੋ ਗਈ, ਸਾਡਾ ਫੈਟ ਬੈਲੈਂਸ ਹੋ ਗਿਆ, ਫਿਰ ਥੋੜਾ ਘੀ ਪਾ ਕੇ ਖਾਣਾ ਸ਼ੁਰੂ ਕਰ ਦਿਓ। ਕਿਉਂਕਿ ਸਾਡੇ ਨਾਲ ਅਕਸਰ ਇਹ ਹੁੰਦਾ ਹੈ ਕਿ ਜਦੋਂ ਕੋਈ ਵੀ ਡਾਈਟ ਸਾਨੂੰ ਬਹੁਤ ਵਧੀਆ ਲੱਗਣ ਲੱਗ ਜਾਂਦੀ ਹੈ, ਸਾਡੇ ਸਰੀਰ ਨੂੰ ਹਲਕਾ ਕਰਨਾ ਸ਼ੁਰੂ ਕਰ ਦਿੰਦੀ ਹੈ ਤਾਂ ਅਸੀਂ ਉਹਨੂੰ ਲੰਬੇ ਸਮੇਂ ਤੱਕ ਲੈਣਾ ਸ਼ੁਰੂ ਕਰ ਦਿੰਦੇ ਹਾਂ। ਇਸ ਕਰਕੇ ਜਦੋਂ ਤੁਹਾਡਾ ਸਰੀਰ ਇਹ ਕਹਿਣ ਲੱਗ ਜਾਵੇ ਕਿ ਤੇਰੀ ਕਫ ਬੈਲੈਂਸ ਹੋ ਗਈ, ਹੁਣ ਤੇਰਾ ਫੈਟ ਘਟ ਗਿਆ, ਤਾਂ ਨਾਲ ਥੋੜਾ ਘੀ ਖਾਣਾ ਸ਼ੁਰੂ ਕਰ ਦਿਓ, ਨਹੀਂ ਤਾਂ ਸਾਡੀ ਵਾਤ ਵਧਣੀ ਸ਼ੁਰੂ ਹੋ ਜਾਏਗੀ। ਆਯੁਰਵੇਦ ਦੇ ਇਹ ਕਨਸੈਪਟ ਸਾਡੇ ਲਈ ਸਮਝਣੇ ਬਹੁਤ ਜ਼ਰੂਰੀ ਹਨ। ਹੁਣ ਅਸੀਂ ਆਪਣੀ ਖਿਚੜੀ ਨੂੰ ਸਰਵ ਕਰਦੇ ਹਾਂ। ਬਹੁਤ ਲੋਕ ਕਹਿੰਦੇ ਹਨ ਕਿ ਫੈਟੀ ਲਿਵਰ ਲਈ ਡਾਈਟ ਦੱਸੋ, ਤਾਂ ਇਹ ਖਿਚੜੀ ਫੈਟੀ ਲਿਵਰ ਲਈ ਵੀ ਬਹੁਤ ਵਧੀਆ ਹੈ। ਬਹੁਤੇ ਲੋਕਾਂ ਦਾ ਮੈਸੇਜ ਆਉਂਦਾ ਹੈ ਕਿ ਕੈਂਸਰ ਪੇਸ਼ੈਂਟਸ ਨੂੰ ਕਿਸ ਤਰ੍ਹਾਂ ਦੀ ਡਾਈਟ ਲੈਣੀ ਚਾਹੀਦੀ ਹੈ। ਕੈਂਸਰ ਪੇਸ਼ੈਂਟਸ ਜਿਹੜੇ ਨੇ ਉਹਨਾਂ ਦੀ ਅਗਨੀ ਮੰਦ ਹੋ ਜਾਂਦੀ ਹੈ ਕਰਕੇ ਉਹਨਾਂ ਦਾ ਜਿਹੜਾ ਆਹਾਰ ਹੈ ਉਹ ਪਚਣ ਵਿੱਚ ਹਲਕਾ ਹੋਵੇ, ਤਾਜ਼ਾ ਹੋਵੇ। ਕੱਚੀਆਂ ਸਬਜ਼ੀਆਂ ਨਾਲੋਂ ਸਟੀਮ ਕੀਤੀਆਂ ਹੋਈਆਂ ਸਬਜ਼ੀਆਂ ਜ਼ਿਆਦਾ ਫਾਇਦੇਮੰਦ ਰਹਿੰਦੀਆਂ ਨੇ ਕਿਉਂਕਿ ਉਹ ਪਚਣ ਵਿੱਚ ਜ਼ਿਆਦਾ ਆਸਾਨ ਹੁੰਦੀਆਂ ਹਨ। ਤੇ ਯੂਰਿਕ ਐਸਿਡ ਵਾਲੇ ਪੇਸ਼ੈਂਟਸ ਵੀ ਬਹੁਤ ਕਹਿੰਦੇ ਹਨ ਕਿ ਅਸੀਂ ਕਿਸ ਤਰ੍ਹਾਂ ਦੀ ਖੁਰਾਕ ਲਈਏ। ਤੁਸੀਂ ਵੀ ਇਹ ਚੀਜ਼ ਸਮਝੋ ਕਿ ਤੁਹਾਡਾ ਭੋਜਨ ਸਹੀ ਤਰੀਕੇ ਨਾਲ ਨਹੀਂ ਪਚ ਰਿਹਾ, ਉਹੀ ਯੂਰਿਕ ਐਸਿਡ ਹੈ। ਜਦੋਂ ਵੀ ਕੋਈ ਰੋਗ ਆ ਜਾਵੇ, ਭਾਰੀ ਭਰਕਮ ਖਾਣੇ ਤੇ ਬਹੁਤੇ ਜ਼ਿਆਦਾ ਤੜਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਦਿਓ ਤੇ ਸਾਦੇ ਖਾਣੇ ਨੂੰ ਅਪਣਾਓ ਤੇ ਸਾਦਾ ਖਾਣਾ ਜਿਹੜਾ ਹੈ ਉਹੀ ਸਾਨੂੰ ਨਿਰੋਗ ਕਰੇਗਾ। ਤੁਸੀਂ ਜੇ ਥਾਲੀ ਨੂੰ ਦੇਖੋ, ਇਹ ਬਿਲਕੁਲ ਸਿੰਪਲ ਥਾਲੀ ਹੈ। ਇਹ ਇੱਕ ਬਿਲਕੁਲ ਸਾਦੀ ਜਿਹੀ ਖਿਚੜੀ ਹੈ ਪਰ ਇਹਦੀਆਂ ਸਬਜ਼ੀਆਂ ਦੇ ਰੰਗ ਸਾਡੇ ਮਨ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਖਾਓ, ਮੈਂ ਬਹੁਤ ਸਵਾਦ ਹਾਂ। ਇਸੇ ਕਰਕੇ ਵੀ ਰੰਗ ਪਾਉਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਸਾਡੇ ਮਾਈਂਡ ਨੂੰ ਸੈਟੀਸਫਾਈ ਕਰਦੇ ਹਨ। ਤੇ ਸਬਜ਼ੀਆਂ ਤੇ ਦਾਲ ਪਾਉਣ ਨਾਲ ਹਲਕੀ ਜਿਹੀ ਖਿਚੜੀ ਵੀ ਸਾਡੇ ਪੇਟ ਨੂੰ ਵਧੀਆ ਭਰ ਦਿੰਦੀ ਹੈ ਤੇ ਸਾਨੂੰ ਇਹ ਤਲਬ ਨਹੀਂ ਹੁੰਦੀ ਕਿ ਅਸੀਂ ਹੁਣ ਰੋਟੀ ਖਾਣੀ ਹੈ। ਤੁਸੀਂ ਵੀ ਇਸ ਖਿਚੜੀ ਨੂੰ ਆਪਣੀ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ। ਮੈਂ ਫਿਰ ਮਿਲਾਂਗੀ ਇੱਕ ਹੋਰ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।